मैं हरविंदर कौर असिस्टेंट प्रोफैसर पोस्ट ग्रैजुएट पंजाबी विभाग GGDST कॉलेज हरियाणा। ਅੱਜ मैं ਤੁਹਾਡੇ ਨਾਲ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦਾ ਵਿਸ਼ਾ ਅਤੇ ਪੱਖ ਬਾਰੇ ਗੱਲ ਕਰਾਂਗੀ। ਇਸ ਵਿਸ਼ੇ ਨੂੰ MA ਸਮੈਸਟਰ ਤੀਸਰੇ ਵਿੱਚ ਭਾਵ 11ਵੇਂ ਪੇਪਰ ਵਿੱਚ ਜਿਹੜਾ ਹੈ ਕਿ ਇਸ ਟੌਪਿਕ ਨੂੰ ਸ਼ਾਮਿਲ ਕੀਤਾ ਗਿਆ ਹੈ। ਟੌਪਿਕ ਇਸ ਤਰ੍ਹਾਂ ਹੈ ਕਿ ਅਸੀਂ ਇਸ ਨੂੰ ਇਸ ਇੱਕ ਆਨਸਰ ਨੂੰ ਅਸੀਂ ਹੋਰ ਕੁਐਸਚਨਾਂ ਵਿੱਚ ਵੰਡਿਆ ਹੋਇਆ। ਇਹਨਾਂ ਵਿੱਚੋਂ ਕੋਈ ਵੀ ਕੁਐਸਚਨ ਪੁੱਛ ਲਿਆ ਜਾਵੇ, ਆਨਸਰ ਇਹੀ ਲਿਖਣਾ ਜਿਹੜਾ ਮੈਂ ਤੁਹਾਨੂੰ ਕਰਵਾ ਰਹੀ ਹਾਂ। ਫਸਟ ਕੁਐਸਚਨ ਹੈ ਜਿਹੜਾ ਪੁੱਛਿਆ ਜਾ ਸਕਦਾ ਆ, ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦਾ ਵਿਸ਼ਾ ਪੱਖ ਬਿਆਨ ਕਰੋ। ਜਾਂ ਇਸ ਤਰ੍ਹਾਂ ਆ ਸਕਦਾ, ਮੇਰੀ ਚੋਣਵੀਂ ਕਵਿਤਾ ਦੇ ਆਧਾਰ ਉੱਤੇ ਪ੍ਰੋਫੈਸਰ ਮੋਹਨ ਸਿੰਘ ਕਾਵਿ ਦੀਆਂ ਮੂਲ ਇਕਾਈਆਂ ਦਾ ਜ਼ਿਕਰ ਕਰੋ। ਜਾਂ ਇਸ ਤਰ੍ਹਾਂ ਕੁਐਸਚਨ ਆ ਸਕਦਾ, ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦੇ ਭਿੰਨ ਭਿੰਨ ਪੜਾਵਾਂ ਦਾ ਵਰਣਨ ਕਰੋ। ਆਨਸਰ ਇਸ ਤਰ੍ਹਾਂ ਹੈ, ਪ੍ਰੋਫੈਸਰ ਮੋਹਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦਾ ਸਿਰਮੌਰ ਕਵੀ ਹੈ। ਅਸਲ ਵਿੱਚ 20ਵੀਂ ਸਦੀ ਦਾ ਯੁੱਗ ਵੀ ਕਿਹਾ ਜਾਂਦਾ ਹੈ। ਉਸਨੇ ਪੰਜਾਬੀ ਕਵਿਤਾ ਨੂੰ ਅਧਿਆਤਮਵਾਦੀ ਸੁਰ ਵਿੱਚੋਂ ਬਾਹਰ ਕੱਢ ਕੇ ਆਧੁਨਿਕ ਅਤੇ ਸਰਵਜਨਕ ਬਣਾਉਣ ਦਾ ਉਪਰਾਲਾ ਕੀਤਾ। ਪ੍ਰੋਫੈਸਰ ਮੋਹਨ ਸਿੰਘ ਨੇ ਜਨ ਸਧਾਰਨ ਵਰਗ ਨੂੰ ਨੇੜੇ ਹੋ ਕੇ ਤੱਕਿਆ। ਇਸੇ ਕਰਕੇ ਉਸ ਦੇ ਕਾਵਿ ਵਿੱਚ ਲੋਕਾਂ ਦੀ ਅਤੇ ਲੋਕਾਂ ਲਈ ਗੱਲ ਕੀਤੀ ਹੋਈ ਮਿਲਦੀ ਹੈ। ਪੰਜਾਬੀ ਕਵਿਤਾ ਅੰਦਰ ਪ੍ਰੋਫੈਸਰ ਮੋਹਨ ਸਿੰਘ ਦੇ ਆਗਮਨ ਨਾਲ ਭਾਵ ਆਉਣ ਨਾਲ ਦੂਜੇ ਪੜਾਅ ਦਾ ਆਰੰਭ ਹੁੰਦਾ ਹੈ। ਨੈਕਸਟ ਹੈ, ਉਸਨੇ ਕਵਿਤਾ ਅੰਦਰ ਨਿੱਜੀ ਪਿਆਰ ਦੀ ਪੀੜਾ ਨੂੰ ਬਿਆਨ ਕਰਨ ਦੀ ਪਹਿਲ ਕਦਮੀ ਕੀਤੀ ਭਾਵ ਪਹਿਲ ਕੀਤੀ। ਉਸ ਤੋਂ ਮਗਰੋਂ ਆਉਣ ਵਾਲੇ ਕਵੀਆਂ ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫੀਰ, ਬਾਵਾ ਬਲਵੰਤ ਅਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਕਵੀਆਂ ਨੇ ਇਸ ਵਿਸ਼ੇ ਉੱਤੇ ਕਲਮ ਅਜਮਾਈ। ਪ੍ਰੋਫੈਸਰ ਮੋਹਨ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ ਚਾਰ ਹੰਝੂ 1935 ਈਸਵੀ ਵਿੱਚ ਛਪਿਆ। ਬਸੰਤ, ਅਨਾਰਕਲੀ, ਨੂਰਜਹਾਂ ਆਦਿ ਕਵਿਤਾਵਾਂ ਵਿੱਚ ਉਸਨੇ ਮਰਦ ਜਾਤ ਦੀ ਔਰਤ ਪ੍ਰਤੀ ਬੇਵਫਾਈ ਨੂੰ ਦਰਸਾਇਆ ਹੈ। ਉਸ ਦੇ ਆਰੰਭਲੇ ਜੀਵਨ ਦੀਆਂ ਕਵਿਤਾਵਾਂ ਵਿੱਚ ਰੋਮਾਂਚਕ ਅੰਸ਼ ਵੇਖਣ ਨੂੰ ਮਿਲਦੇ ਹਨ। ਭਾਵੇਂ ਕਿ ਰੋਮਾਂਚਕੀ ਕਵਿਤਾ ਗੁਰੂ ਨਾਨਕ ਕਾਲ ਵਿੱਚ ਹੀ ਆਰੰਭ ਹੋ ਗਈ ਸੀ ਅਤੇ ਵਾਰਿਸ ਸ਼ਾਹ ਦੇ ਕਾਲ ਵਿੱਚ ਆ ਕੇ ਇਸ ਨੇ ਆਪਣੀ ਭਰਪੂਰ ਜਵਾਨੀ ਹੰਢਾਈ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਇਹ ਕਵਿਤਾ ਆਪਣੇ ਸਿਖਰ ਨੂੰ ਜਾ ਪੁੱਜਦੀ ਹੈ। 20ਵੀਂ ਸਦੀ ਤੱਕ ਪਹੁੰਚਦਿਆਂ ਪ੍ਰੋਫੈਸਰ ਮੋਹਨ ਸਿੰਘ ਨੇ ਪਿਆਰ ਮੁਹੱਬਤ ਨੂੰ ਸਰੀਰਕ ਪੱਧਰ ਉੱਤੇ ਮਾਨਣ ਤੱਕ ਹੀ ਬਿਹਤਰੀ ਸਮਝੀ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵਿੱਚ ਆਏ ਅਲੱਗ-ਅਲੱਗ ਵਿਸ਼ਿਆਂ ਬਾਰੇ ਅਸੀਂ ਆਪਣੇ ਅਗਲੇ ਲੈਕਚਰ ਵਿੱਚ ਜਿਹੜੀ ਹੈ ਕਿ ਗੱਲ ਕਰਾਂਗੇ, ਕਿਉਂਕਿ ਲੈਕਚਰ ਵੱਡੇ ਹੋਣ ਕਰਕੇ ਕਿ ਤੁਹਾਨੂੰ ਸਮਝ ਵੀ ਲੱਗ ਸਕੇ, ਇਸ ਲਈ ਮੈਂ ਇਹਨੂੰ ਅਲੱਗ-ਅਲੱਗ ਭਾਗਾਂ ਵਿੱਚ ਵੰਡ ਕੇ ਡਿਸਕਸ ਕਰਦੀ ਹਾਂ। ਅੱਜ ਅਸੀਂ ਇਸ ਕੁਐਸਚਨ ਨੂੰ ਜਿਹੜਾ ਹੈ ਕਿ ਪਹਿਲੇ ਭਾਗ ਦੇ ਵਿੱਚ ਡਿਸਕਸ ਕੀਤਾ ਹੈ ਅਤੇ ਅਗਲਾ ਭਾਗ ਅਸੀਂ ਆਪਣੇ ਅਗਲੇ ਲੈਕਚਰ ਵਿੱਚ ਡਿਸਕਸ ਕਰਾਂਗੇ। ਧੰਨਵਾਦ।